ਜੇ ਅੱਜ ਦੀਪ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਤੁਹਾਨੂੰ ਇਸ ਗੱਲਾਂ 'ਚ ਜਾਗਣਾ ਪੈਣਾ ਹੈ। ਅੱਜ ਅਸੀਂ ਜਿਹੜੇ ਹਾਲਾਤਾਂ 'ਚ ਖੜੇ ਆਂ ਤੇ ਦੀਪ ਸਾਨੂੰ ਕੀ ਕਹਿ ਕੇ ਗਿਆ ਸੀ ਉਹ ਵਿਚਾਰਨ ਦੀ ਲੋੜ ਹੈ। ਗੱਲ ਤਾਂ ਸਾਡੇ ਖੇਤਾਂ ਦੇ ਵੱਟਾਂ ਦੀ, ਉਹ ਕਹਿੰਦਾ ਨਾ ਖੇਤਾਂ ਦੇ ਵੱਟਾਂ ਦੀ ਨਹੀਂ, ਤੁਹਾਡੀ ਨਸਲਾਂ ਦੀ ਗੱਲ ਹੈ। ਪੰਜਾਬੀ ਭਾਸ਼ਾ ਦਾ ਦਰਜਾ ਖੋਇਆ ਜਾ ਰਿਹਾ ਹੈ। ਚੰਡੀਗੜ੍ਹ ਸਾਡੀ ਰਾਜਧਾਨੀ, ਸਾਡੀ ਹਿੱਕ ਦੇ ਉੱਤੇ ਸਾਡੇ ਲੋਕ ਉਜਾੜ ਕੇ ਵਸਾਇਆ ਗਿਆ ਉਹ ਸ਼ਹਿਰ ਸੀਗਾ। ਦੀਪ ਤੁਹਾਨੂੰ ਦੱਸ ਰਿਹਾ ਸੀਗਾ ਕਿ ਤੁਹਾਡੇ ਹੱਕਾਂ ਤੇ ਡਾਕਾ ਪੈ ਰਿਹਾ। ਫੈਡਰਲ ਢਾਂਚੇ ਨੂੰ ਬਚਾਉਣ ਵਾਸਤੇ ਤੁਸੀਂ ਕੀ ਕਰਨਾ ਹੈ? सर हर साल की इसी तरह हुंदीप सिद्धू का जन्मदिन मनाया जाएगा, खूनदान कैंप ला के ਵੱਖ-ਵੱਖ ਹੋਰ ਵੀ ਉਪਰਾਲੇ ਕੀਤੇ ਜਾਣਗੇ। ਦੇਖੋ ਗੱਲ ਖੂਨਦਾਨ ਕੈਂਪ ਦੀ ਨਹੀਂ ਹੈ, ਗੱਲ ਇਹ ਹੈ ਦੀਕਸ਼ਾ ਕਿ ਅੱਜ ਅਸੀਂ ਜਿਹੜੇ ਹਾਲਾਤਾਂ 'ਚ ਖੜੇ ਆਂ ਤੇ ਦੀਪ ਸਾਨੂੰ ਕੀ ਕਹਿ ਕੇ ਗਿਆ ਸੀ ਉਹ ਵਿਚਾਰਨ ਦੀ ਲੋੜ ਹੈ। ਇਹ ਇੱਕ ਸਿੰਬਲ ਹੈ, ਸਿੰਬੋਲਿਕ ਤੌਰ ਤੇ ਪੂਰੇ ਪੰਜਾਬ ਨੂੰ ਅੱਜ ਇਹ ਨੌਜਵਾਨ ਆਪੇ ਆਪ ਮੁਹਾਰੇ ਇਕੱਠੇ ਹੋ ਕੇ ਇਹਨਾਂ ਨੇ ਉਪਰਾਲੇ ਕੀਤੇ ਨੇ। ਭਾਜੀ ਹੁਣਾਂ ਨੇ ਕੀਤਾ ਇੱਥੇ ਉਪਰਾਲਾ, ਪੂਰੇ ਪੰਜਾਬ 'ਚ ਮਨਦੀਪ ਬਾਈ ਹੁਣੇ ਲੁਧਿਆਣੇ ਕਰ ਰਹੇ। ਇੱਕ ਚੀਜ਼ ਨੂੰ ਸਮਝੋ ਤੁਸੀਂ, ਅੱਜ ਚੰਡੀਗੜ੍ਹ ਸਾਡੇ ਹੱਥੋਂ ਨਿਕਲ ਗਿਆ, ਅਸੀਂ ਕੱਖ ਨਹੀਂ ਕਰ ਸਕੇ। ਅਸੀਂ ਜਿਹਨੂੰ ਫਸਲਾਂ ਦੀ ਲੜਾਈ ਕਹਿੰਦੇ ਰਹੇ, ਦੀਪ ਨੇ ਸ਼ੰਭੂ ਮੋਰਚੇ 'ਚ ਕਿਹਾ ਤੁਹਾਡੀ ਨਸਲਾਂ ਦੀ ਲੜਾਈ ਹੈ, ਤੁਹਾਡੀ ਹੋਂਦ ਦੀ ਲੜਾਈ ਹੈ। ਉਦੋਂ ਕਿਸੇ ਨੇ ਵਿਚਾਰਿਆ ਨਹੀਂ। ਸ਼ੰਭੂ ਮੋਰਚੇ ਵੇਲੇ ਲੋਕਾਂ ਨੇ ਕਿਹਾ ਇਹ ਬੀਜੇਪੀ ਦਾ ਹੈ, ਆਰਐਸਐਸ ਦਾ ਬੰਦਾ ਹੈ, ਇਹ ਤਾਂ ਸ਼ਾਇਦ ਢਾਹ ਲਾਉਣ ਵਾਸਤੇ ਇੱਥੇ ਆਇਆ, ਇਹ ਤਾਂ ਹੋਰ ਪਾਸੇ ਲੈ ਜਾਣਾ ਚਾਹੁੰਦੇ ਇਹ ਗੱਲਾਂ ਨੂੰ। ਕਈਆਂ ਨਾ ਇਹ ਗੱਲਾਂ ਸਾਰਿਆਂ ਨੇ ਕਿਹਾ ਇਹ ਤਾਂ ਹੋਰ ਹੀ ਪਾਸੇ ਲੈ ਗਿਆ ਦੀਪ ਤਾਂ ਗੱਲ ਨੂੰ। ਗੱਲ ਤਾਂ ਸਾਡੇ ਖੇਤਾਂ ਦੇ ਵੱਟਾਂ ਦੀ, ਉਹ ਕਹਿੰਦਾ ਨਾ ਖੇਤਾਂ ਦੇ ਵੱਟਾਂ ਦੀ ਨਹੀਂ, ਤੁਹਾਡੀ ਨਸਲਾਂ ਦੀ ਗੱਲ ਹੈ। ਨਸਲਾਂ ਦੀ ਕਿਵੇਂ ਹੈ? ਤੁਹਾਡੇ ਖੇਤ ਲੈਣ ਆਏ ਸੀ ਉਹ, ਤੁਸੀਂ ਲੜਾਈ ਲੜ ਲਈ, ਸਾਲ ਬੈਠੇ ਰਹੇ ਹੋ, ਪਰ ਤੁਸੀਂ ਦੇਖੋ ਤੁਹਾਡੇ ਪਾਣੀ ਲੈ ਗਏ ਉਹ। BBMB ਦੇ ਉੱਤੇ ਉਹ ਕਾਬਜ਼ ਹੋ ਗਏ ਆ ਕੇ, ਹੁਣ ਤੁਹਾਡੀ ਨੁਮਾਇੰਦਗੀ ਨਹੀਂ ਰਹਿ ਗਈ ਪੰਜਾਬ ਦੀ। ਉਹ ਤੁਹਾਡੀ ਭਾਸ਼ਾ ਦੇ ਉੱਤੇ ਕਾਬਜ਼ ਹੋ ਗਏ। ਬਹੁਤ ਥਾਵਾਂ ਦੇ ਉੱਤੇ ਪੰਜਾਬੀ ਭਾਸ਼ਾ ਨੂੰ ਜੋ ਦਰਜਾ, ਚਾਹੇ ਉਹ ਦਿੱਲੀ ਦੇ ਵਿੱਚ ਵੀ ਹੋਵੇ, ਪੰਜਾਬੀ ਭਾਸ਼ਾ ਦਾ ਦਰਜਾ ਖੋਇਆ ਜਾ ਰਿਹਾ ਹੈ। ਚੰਡੀਗੜ੍ਹ ਸਾਡੀ ਰਾਜਧਾਨੀ, ਸਾਡੀ ਹਿੱਕ ਦੇ ਉੱਤੇ ਸਾਡੇ ਲੋਕ ਉਜਾੜ ਕੇ ਵਸਾਇਆ ਗਿਆ ਉਹ ਸ਼ਹਿਰ ਸੀਗਾ। ਸਾਡੇ ਪਿੰਡ ਉਜਾੜੇ ਸੀ ਨਾ ਚੰਡੀਗੜ੍ਹ ਵਾਸਤੇ, ਸਾਡੀ ਨੁਮਾਇੰਦਗੀ ਸੀ। ਔਰ ਉਦੋਂ ਬਾਅਦ ਜਦੋਂ ਪੰਜਾਬ ਵੱਖ ਹੁੰਦਾ ਹੈ ਤਾਂ ਵੱਡਾ ਹਿੱਸਾ ਪੰਜਾਬ ਦਾ, ਕਿਉਂਕਿ ਪੇਰੈਂਟ ਸਟੇਟ ਪੰਜਾਬ ਸੀਗੀ, ਜਿੱਥੇ ਜਿੱਥੇ ਵੀ ਦੇਸ਼ 'ਚ ਦੋ ਸੂਬੇ ਵੰਡੇ ਗਏ ਆ, ਜਿਹੜੀ ਰਾਜਧਾਨੀ ਉਹ ਪੇਰੈਂਟ ਸਟੇਟ ਕੋਲੇ ਰਹੀ ਹੈ। ਭਾਵੇਂ ਤੁਸੀਂ ਦੇਖੋ ਕਿ ਉਹ ਉੱਤਰਾਖੰਡ ਬਣਿਆ ਹੋਵੇ, ਭਾਵੇਂ ਝਾਰਖੰਡ ਬਣਿਆ ਹੋਵੇ, ਉਹ ਪੇਰੈਂਟ ਸਟੇਟ ਕੋਲੇ ਰਾਜਧਾਨੀ ਰਹੀ ਹੈ। ਸਾਡੀ ਰਾਜਧਾਨੀ ਲੈ ਗਏ ਉਹ, ਔਰ ਅਸੀਂ ਕੱਖ ਨਹੀਂ ਕਰ ਸਕੇ। ਕੱਲਾ ਮਤਾ ਪਾਸ ਕਰਨ ਨਾਲ ਕੁਝ ਨਹੀਂ ਹੋਣਾ। ਮਤਾ ਤਾਂ 3 ਕਾਨੂੰਨਾਂ ਦਾ ਵੀ ਵਿਧਾਨ ਸਭਾ 'ਚ ਹੋਇਆ ਸੀਗਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਦੀਪ ਤੁਹਾਨੂੰ ਇਹਨਾਂ ਗੱਲਾਂ ਕਰਕੇ ਜਗਾ ਰਿਹਾ ਸੀ। ਦੀਪ ਤੁਹਾਨੂੰ ਦੱਸ ਰਿਹਾ ਸੀਗਾ ਕਿ ਤੁਹਾਡੇ ਹੱਕਾਂ ਤੇ ਡਾਕਾ ਪੈ ਰਿਹਾ। ਫੈਡਰਲ ਢਾਂਚੇ ਨੂੰ ਬਚਾਉਣ ਵਾਸਤੇ ਤੁਸੀਂ ਕੀ ਕਰਨਾ ਹੈ? ਸੰਘੀ ਢਾਂਚੇ ਨੂੰ ਤੁਸੀਂ, ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰਨ ਵਾਲਿਆਂ ਨੂੰ ਇਹ ਪਤਾ ਨਹੀਂ, ਸ਼ਾਇਦ ਬਾਬਾ ਸਾਹਿਬ ਉਹਨਾਂ ਦੀਆਂ ਗੱਲਾਂ 'ਤੇ ਹੀ ਰੋ ਰਹੇ ਹੈ ਕਿ ਅੱਜ ਜਿਹੜੇ ਸੰਵਿਧਾਨ ਦੇ ਵਿੱਚ ਜਿਹੜੀਆਂ ਲਿਸਟਾਂ ਬਣਾਈਆਂ, ਸਟੇਟ ਦੀ ਲਿਸਟ ਅਲੱਗ ਬਣਾਈ, ਕੇਂਦਰ ਦੀਆਂ ਕਾਨੂੰਨ ਦੀਆਂ ਲਿਸਟਾਂ ਅਲੱਗ ਬਣੀਆਂ ਨੇ, ਕੌਨਕਰੈਂਟ ਲਿਸਟਾਂ ਬਣੀਆਂ ਨੇ, ਤਾਂ ਜੋ ਜਿੱਥੇ ਸਾਂਝੇ ਤੌਰ ਤੇ ਕੋਈ ਫੈਸਲੇ ਲੈਣੇ ਆ ਤੁਸੀਂ ਚੱਕ ਕੇ ਆਪਦੀ ਮਰਜ਼ੀ ਦੇ ਨਾਲ ਜਿਹੜਾ ਕਾਨੂੰਨ ਜੀ ਕਰਦਾ। ਐਜੂਕੇਸ਼ਨ ਕਿਸੇ ਵੇਲੇ ਰਾਜਾਂ ਦਾ ਅਧਿਕਾਰ ਸੀਗਾ, ਉਹ ਚੱਕ ਕੇ ਕੇਂਦਰ ਕੋਲੇ ਚਲਾ ਗਿਆ। ਅੱਜ ਤੁਸੀਂ ਕੀ ਪੜ੍ਹ ਰਹੇ ਹੋ, ਤੁਹਾਡਾ ਇਤਿਹਾਸ ਕੀ ਹੈ, ਤੁਹਾਡੇ ਹੱਥ 'ਚ ਨਹੀਂ ਰਹਿ ਗਿਆ। ਤੁਹਾਡੀਆਂ ਕਿਤਾਬਾਂ 'ਚ ਲੱਖੇ ਸਿਧਾਣੇ ਨੇ ਪਿੱਛੇ ਜੇ ਤੁਹਾਡੇ ਯਾਦ ਹੈ, ਉੱਥੇ ਚੰਡੀਗੜ੍ਹ ਦੇ ਵਿੱਚ ਜਾ ਕੇ ਧਰਨਾ ਲਾਇਆ ਸੀ, ਜਦੋਂ ਸਾਰਿਆਂ ਨੇ ਉਹਦੇ 'ਚ ਕਿਤਾਬਾਂ 'ਚ ਦਿਖਾਇਆ ਕਿ ਤੁਹਾਨੂੰ ਇਤਿਹਾਸ ਕੀ ਪੜ੍ਹਾਇਆ ਜਾ ਰਿਹਾ ਹੈ। ਦੀਪ ਇਹੀ ਗੱਲਾਂ ਤੁਹਾਨੂੰ ਦੱਸ ਕੇ ਗਿਆ। ਜੇ ਅੱਜ ਦੀਪ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਤੁਹਾਨੂੰ ਇਸ ਗੱਲਾਂ 'ਚ ਜਾਗਣਾ ਪੈਣਾ ਹੈ ਕਿ ਅਸੀਂ ਫੈਡਰਲ ਢਾਂਚੇ ਨੂੰ ਬਚਾਉਣ ਖਾਤਰ ਲੜਾਈ ਕਿਵੇਂ ਲੜ ਸਕਦੇ ਹਾਂ, ਅਸੀਂ ਸਟੇਟ ਦੀਆਂ ਇਹਨਾਂ ਪਾਲਿਸੀ ਦੇ ਖਿਲਾਫ ਜਾਗਰੂਕ ਕਿਵੇਂ ਹੋ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਭਾਜੀ ਹੋਰ ਬਿਹਤਰ ਗੱਲ ਕਰਨਗੇ ਕਿ ਨੌਜਵਾਨ ਇਹ ਕਿਵੇਂ ਆ ਰਹੇ, ਉਤਸ਼ਾਹ ਕਿਵੇਂ ਹੈ। ਪਰ ਮੇਰੇ ਵਾਸਤੇ ਜੇ ਦੀਪ ਨੂੰ ਤੁਸੀਂ ਯਾਦ ਕਰਨਾ ਹੈ, ਸੱਚੀ ਸ਼ਰਧਾਂਜਲੀ ਦੇਣੀ ਹੈ, ਤਾਂ ਇਹ ਨਾ ਭੁੱਲੋ ਕਿ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਲੜਾਈ ਮੁੱਕੀ ਨਹੀਂ ਹੈ। ਅਸੀਂ ਉੱਥੋਂ ਵਾਪਸ ਭਾਵੇਂ ਆ ਗਏ, ਜਿੱਤ ਕੇ 3 ਕਾਨੂੰਨ ਰੱਦ ਹੋ ਗਏ ਹੁਣ, ਪਰ ਤੁਹਾਨੂੰ ਚੰਡੀਗੜ੍ਹ ਖਾਤਰ ਲੜਨਾ ਪੈਣਾ, ਮਾਂ ਬੋਲੀ ਪੰਜਾਬੀ ਖਾਤਰ ਲੜਨਾ ਪੈਣਾ, ਤੁਹਾਨੂੰ ਆਪਦੇ ਪਾਣੀਆਂ ਖਾਤਰ ਲੜਨਾ ਪੈਣਾ, ਤੁਹਾਨੂੰ ਆਪਦੇ ਅਧਿਕਾਰਾਂ ਖਾਤਰ ਲੜਨਾ ਪੈਣਾ, ਤੁਹਾਨੂੰ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਖਾਤਰ ਲੜਨਾ ਪੈਣਾ, ਤੁਹਾਨੂੰ ਆਪਦੇ ਉਹਨਾਂ ਤਮਾਮ ਲੋਕਾਂ ਖਾਤਰ ਲੜਨਾ ਪੈਣਾ ਜਿਨ੍ਹਾਂ ਨੂੰ ਕਦੇ ਦਬੇ ਕੁਚਲੇ ਕਿਹਾ ਜਾਂਦਾ ਸੀ। ਅੱਜ ਤੁਸੀਂ ਦਲਿਤ ਕਹਿ ਕੇ ਉਹਨਾਂ ਦਾ ਸਨਮਾਨ ਕਿਸੇ ਤਰੀਕੇ ਕਰ ਲਓ, ਪਰ ਉਹਨਾਂ ਖਾਤਰ ਤੁਹਾਨੂੰ ਲੜਨਾ ਪੈਣਾ। ਉਹ ਦੇਸ਼ ਦਾ, ਪੰਜਾਬ ਦਾ ਮਜ਼ਦੂਰ ਹੈ ਜਿਹੜਾ, ਉਹ ਪੰਥਕ ਗੱਲ ਕਰਨ ਵਾਲਾ ਸ਼ਖਸ, ਤੁਹਾਨੂੰ ਪੰਥ ਖਾਤਰ ਵੀ ਲੜਨਾ ਪਊਗਾ। ਜੇ ਪੰਥ ਤੇ ਗ੍ਰੰਥ ਬਚੂਗਾ ਤਾਂ ਅਸੀਂ ਬਚਾਂਗੇ। ਸੋ ਇਹਨਾਂ ਗੱਲਾਂ ਦੇ ਵਿੱਚ ਦੀਪ ਦੀ ਵਿਚਾਰਧਾਰਾ ਪਈ ਹੈ। ਉਹਨੂੰ ਤੁਸੀਂ ਜਥੇਬੰਦੀਆਂ 'ਚ, ਉਹਨੂੰ ਇੰਡੀਵਿਜੂਅਲ 'ਚ ਸੀਮਤ ਕਰਕੇ ਨਾ ਦੇਖੋ, ਉਹ ਸਾਰਿਆਂ ਦਾ ਸਾਂਝਾ ਹੈ। ਉਹ ਅੱਜ ਤੱਕ ਕਾਮਰੇਡ ਵੀ ਆ ਕੇ ਦੀਪ ਕਰਨ ਲੱਗ ਗਏ ਜਿਹੜੇ ਕਦੇ ਉਹਦੇ ਖਿਲਾਫ ਬੋਲਦੇ ਸੀ। ਮੈਂ ਬਾਈ ਨੂੰ ਦੱਸ ਰਿਹਾ ਸੀ, ਉਹਨਾਂ ਦੇ ਫੋਨ ਆਉਂਦੇ ਕਿ ਸ਼ਾਇਦ ਅਸੀਂ ਬਾਈ ਗਲਤ ਸੋਚਦੇ ਸੀ ਉਹਦੇ ਬਾਰੇ।
ਇਹ ਜਿਹੜਾ ਨੌਜਵਾਨ ਉੱਠ ਰਿਹਾ, ਇਹ ਨੌਜਵਾਨ ਇੱਕ ਨਵੀਂ ਲੋ ਲੈ ਕੇ ਉੱਠ ਰਿਹਾ। ਇਹ ਦੀਪ ਦੀ ਜਗਾਈ ਹੋਈ ਉਹ ਜਿਹੜੀ ਉਹ ਅਲਖ ਹੈ, ਜਿਹੜੀ ਉਹ ਮਸ਼ਾਲ ਜਗਦੀ ਰਹੂਗੀ ਔਰ ਜਗਦੀ ਰਹਿਣ ਖਾਤਰ ਇਹ ਪੰਜਾਬ ਦੇ ਨੌਜਵਾਨ ਜਾਗਰੂਕ ਹੋਏ ਆ। ਤੁਸੀਂ ਜੇ ਕੈਮਰਾਮੈਨ ਤੁਹਾਨੂੰ ਸਾਰੇ ਪਾਸੇ ਜੇ ਪੋਸਟਰਾਂ ਦੇ ਉੱਤੇ ਲਿਖਿਆ ਕੀ ਹੈ, ਕੀ ਇਸ ਤੋਂ ਪਹਿਲਾਂ ਤੁਸੀਂ ਅਵੇਅਰ ਹੋ ਕੇ ਦੇਖਦੇ ਸੀ? ਹਮ ਰਾਖਤ ਪਾਤਸ਼ਾਹੀ ਦਾਵਾ, ਉਹ ਤੁਹਾਨੂੰ ਪਾਤਸ਼ਾਹੀ ਦਾਵੇ ਬਾਰੇ ਦੱਸ ਕੇ ਗਿਆ, ਉਹ ਤੁਹਾਨੂੰ ਹੋਂਦ ਬਾਰੇ ਦੱਸ ਕੇ ਗਿਆ। ਜਿੰਨੇ ਕਤਰੇ ਰੱਤ ਤੇਰੀ ਦੇ ਡੁੱਲੇ ਦੀਪ ਸਿਆਂ, ਦੁਸ਼ਮਣ ਦੇ ਪੈਰਾਂ ਲਈ ਅੰਗਿਆਰੇ ਅੱਗਦੇ ਨੇ। ਇਹ ਕਿਉਂ ਨੇ ਅੰਗਿਆਰੇ ਅੱਗਦੇ? ਕਿਉਂ ਦੀਪ ਦੇ ਖੂਨ ਦਾ ਮੁੱਲ ਅੱਜ ਪੈ ਰਿਹਾ? ਕਿਉਂਕਿ ਉਹ ਤੁਹਾਨੂੰ ਅਸਲ 'ਚ ਇਹ ਦੱਸ ਗਿਆ ਕਿ ਤੁਹਾਡੀ ਹੋਂਦ ਦੀ ਲੜਾਈ ਹੈ ਕਿ ਇਹਦੇ ਮਾਇਨੇ ਕੀ ਨੇ।